ਬੱਚਿਓ ਐਮਏ ਸੈਕੰਡ ਸਮੈਸਟਰ ਦੀ ਲਾਈਵ ਜ਼ੂਮ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਵਰਚੁਅਲ ਕਲਾਸ ਦੇ ਵਿੱਚ ਜਿਹੜਾ ਟੌਪਿਕ ਡਿਸਕਸ ਕਰ ਰਹੇ ਸੀ ਪੋਲੀਟੀਕਲ ਕਲਚਰ ਵਾਲਾ, ਮੈਂ ਉਹਦੇ ਉੱਤੇ ਥੋੜੀ ਜਿਹੀ ਉਹਨੂੰ ਰੀਕੈਪ ਕਰ ਦੇਵਾਂ ਜਾਂ ਉਹਦੇ ਉੱਤੇ ਥੋੜੀ ਜਿਹੀ ਰੋਸ਼ਨੀ ਪਾ ਦੇਵਾਂ। ਜਿਹੜਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ ਉਹ ਜਿਹੜਾ ਆਮ ਸੱਭਿਆਚਾਰ ਹੁੰਦਾ ਹੈ ਉਹਦਾ ਹਿੱਸਾ ਹੈ। ਇਹ ਗੱਲ ਜਿਹੜੀ ਹੈਗੀ ਹੈ ਉਹ ਪੋਲੀਟੀਕਲ ਸਾਇੰਟਿਸਟ ਜਿਹੜਾ ਹੈਗਾ ਆਲਮੰਡ ਤੇ ਪਾਵਲ ਨੇ ਕਹੀ ਹੈ। ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਹੈ ਕਿ ਪੋਲੀਟੀਕਲ ਕਲਚਰ ਇਜ਼ ਪਾਰਟ ਆਫ ਜਨਰਲ ਕਲਚਰ। ਸੋ ਉਹਦੀ ਜਿਹੜੀ ਪਰਿਭਾਸ਼ਾ ਹੈਗੀ ਹੈ ਪਾਵਲ ਦੀ, ਆਲਮੰਡ ਤੇ ਪਾਵਲ ਨੇ, ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਲੈਕਚਰ ਦੇ ਵਿੱਚ, ਵਰਚੁਅਲ ਕਲਾਸ ਵਾਲੇ ਲੈਕਚਰ ਦੇ ਵਿੱਚ, ਕਿ ਪੋਲੀਟੀਕਲ ਜਿਹੜਾ ਕਲਚਰ ਹੈਗਾ ਹੈ ਉਹ ਸੈਟ ਆਫ ਪੈਟਰਨ ਹੁੰਦਾ ਹੈ। ਮਤਲਬ ਪੈਟਰਨ ਆਪਾਂ ਕਿਹਨੂੰ ਕਹਿੰਦੇ ਆ? ਹੁਣ ਆਲਮੰਡ ਤੇ ਪਾਵਲ ਨੇ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਸੀਗਾ, ਇਹ ਇੱਕ ਐਸੇ ਲਿਖਿਆ 1956 ਦੇ ਵਿੱਚ, ਜਿਹਦਾ ਨਾਮ ਸੀਗਾ ਕੰਪੈਰੇਟਿਵ ਪੋਲੀਟੀਕਲ ਸਿਸਟਮਸ। ਕੰਪੈਰੇਟਿਵ ਪੋਲੀਟੀਕਲ ਸਿਸਟਮਸ ਦੇ ਵਿੱਚ ਜਿਹੜੇ ਆਲਮੰਡ ਤੇ ਪਾਵਲ ਹੈ ਉਹਨੇ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਜਿਹੜਾ ਹੈਗਾ ਕੀਤਾ। ਆਲਮੰਡ ਤੇ ਪਾਵਲ ਨੇ ਇਸ ਨੂੰ ਪਰਿਭਾਸ਼ਿਤ ਕੀਤਾ। ਤੁਹਾਡੇ ਜਿਹੜਾ ਫੋਨ ਹੋਣਾ ਹੈ ਉਹਦੇ ਵਿੱਚ ਮੈਂ ਇੱਕ ਪੀਪੀਟੀ ਜਿਹੜੀ ਹੈਗੀ ਹੈ ਉਹ ਸ਼ੇਅਰ ਕੀਤੀ ਹੋਈ ਹੈ, ਜਿਹਦੇ ਵਿੱਚ ਆਲਮੰਡ ਤੇ ਪਾਵਲ ਦੁਆਰਾ ਜਿਹੜੀ ਦਿੱਤੀ ਗਈ ਪਰਿਭਾਸ਼ਾ ਹੈ ਉਹਦੇ ਉੱਤੇ ਜਿਹੜੀ ਹੈ ਅਸੀਂ ਜਿਹੜੀ ਹੈਗੀ ਹੈ ਚਰਚਾ ਕਰਾਂਗੇ। ਹੁਣ ਆਲਮੰਡ ਤੇ ਜਿਹੜੇ ਪਾਵਲ ਨੇ ਉਹ ਇਹ ਕਹਿੰਦੇ ਨੇ ਕਿ ਪੋਲੀਟੀਕਲ ਕਲਚਰ ਇਜ਼ ਪੈਟਰਨ ਆਫ ਇੰਡੀਵਿਜੂਅਲ ਐਟੀਟਿਊਡਸ ਓਰੀਐਂਟੇਸ਼ਨਸ ਟੂਵਰਡਸ ਪੋਲਿਟਿਕਸ। ਉਹ ਕੀ ਕਹਿੰਦਾ ਹੈ? ਕਹਿੰਦਾ ਰਾਜਨੀਤਿਕ ਸੱਭਿਆਚਾਰ ਇਹੋ ਜਿਹਾ ਨਮੂਨਾ ਹੈ ਜਾਂ ਇਹੋ ਜਿਹਾ ਪੈਟਰਨ ਹੈ। ਕਿਹਦਾ ਪੈਟਰਨ ਹੈ? ਕਿਹਦਾ ਪੈਟਰਨ ਹੈ? ਵਿਅਕਤੀਗਤ ਜਿਹੜੇ ਮਾਪਦੰਡ ਹੁੰਦੇ ਆ ਜਾਂ ਐਟੀਟਿਊਡਸ ਹੁੰਦੇ ਉਹਨਾਂ ਦਾ, ਐਂਡ ਓਰੀਐਂਟੇਸ਼ਨ ਟੂਵਰਡਸ ਪੋਲਿਟਿਕਸ। ਕਿਹਦੇ? ਟੂਵਰਡਸ ਪੋਲਿਟਿਕਸ। ਪੋਲਿਟਿਕਸ ਦੇ ਨਾਲ ਸੰਬੰਧਿਤ ਜਿਹੜੇ ਦਿਸ਼ਾਮਾਨ ਹੁੰਦੇ ਹੈ ਜਾਂ ਨਮੂਨੇ ਹੁੰਦੇ ਹੈ, ਮਤਲਬ ਦਿਸ਼ਾਮਾਨ ਜਿਹਦੇ ਵਿੱਚ ਵਿਅਕਤੀ ਸ਼ਾਮਿਲ ਹੁੰਦਾ ਹੈ, ਕਿਹਦੇ ਵੱਲ? ਰਾਜਨੀਤੀ ਵੱਲ। ਉਹਨੂੰ ਅਸੀਂ ਜਿਹੜਾ ਹੈਗਾ ਪੋਲੀਟੀਕਲ ਸਿਸਟਮ, ਉਹਨੂੰ ਅਸੀਂ ਜਿਹੜਾ ਹੈ ਕਿਹਦੇ ਵੱਲ ਹੁੰਦੇ ਹੈ? ਪੋਲਿਟਿਕਸ ਵੱਲ। among the members of political system। ਜਿਹੜੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਹੈ ਮੈਂ ਉਹਨਾਂ ਨੂੰ ਇਹ ਗੱਲ ਦੱਸ ਦਵਾਂ ਕਿ ਜਿਹੜੀ ਵਰਚੁਅਲ ਕਲਾਸ ਲੱਗੀ ਸੀ ਅੱਜ, ਜਿਹੜਾ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਾ ਹਾਂ, ਉਹਦੇ ਵਿੱਚ ਅਸੀਂ ਜਿਹੜੀ ਹੈ ਆਮ ਡਿਸਕਸ਼ਨ ਕੀਤੀ ਸੀਗੀ। ਜਿਹੜਾ ਸਾਡਾ ਟੌਪਿਕ ਸੀਗਾ ਰਾਜਨੀਤਿਕ ਸੱਭਿਆਚਾਰ ਵਾਲਾ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹੈ ਕਿ ਅੱਜ ਦਾ ਜਿਹੜਾ ਟੌਪਿਕ ਹੈਗਾ ਹੈ, ਅੱਜ ਦਾ ਸਾਡਾ ਟੌਪਿਕ ਹੈਗਾ ਰਾਜਨੀਤਿਕ ਸੱਭਿਆਚਾਰ। ਸੋ ਰਾਜਨੀਤਿਕ ਸੱਭਿਆਚਾਰ ਜਿਹੜਾ ਹੈ ਯੂਨਿਟ 4 ਦਾ ਤੁਹਾਡਾ ਅਗਲਾ ਜਿਹੜਾ ਟੌਪਿਕ ਹੈ ਅਸੀਂ ਉਹ ਡਿਸਕਸ ਕਰ ਰਹੇ ਸੀ। ਤੇ ਜਿਹੜਾ ਮੈਂ ਅੱਜ ਵੀਡੀਓ ਤੁਹਾਨੂੰ ਸ਼ੇਅਰ ਕੀਤਾ ਉਹ ਤੁਸੀਂ ਸੁਣ ਲੈਣਾ। ਮੈਂ ਉਸ ਤੋਂ ਅੱਗੇ ਜਿਹੜਾ ਪੋਰਸ਼ਨ ਹੈ ਉਹ ਸਮਝਾਉਣਾ ਪਿਆ। ਸੋ ਇਹਦੇ ਵਿੱਚ ਮੈਂ ਹਲੇ ਤੱਕ ਜਿਹੜਾ ਹੈ ਇੱਕ ਪਰਿਭਾਸ਼ਾ ਜਿਹੜਾ ਆਲਮੰਡ ਤੇ ਪਾਵਲ ਨੇ ਦਿੱਤੀ ਸੀ ਉਹਨੂੰ ਮੈਂ ਜਿਹੜਾ ਹੈਗਾ ਐਕਸਪਲੇਨ ਜਿਹੜਾ ਹੈਗਾ ਕਰ ਚੁੱਕਾ ਹਾਂ। ਸੋ ਇੱਕ ਹੋਰ ਵਿਚਾਰਕ ਹੋਇਆ ਹੈ ਜਿਹਦਾ ਨਾਮ ਹੈਗਾ ਟਾਲਕੋਟ ਪਾਰਸਨਸ। ਟਾਲਕੋਟ ਪਾਰਸਨਸ ਜਿਹੜਾ ਹੈਗਾ, ਰਮਨ ਤੁਹਾਨੂੰ ਆਵਾਜ਼ ਆ ਰਹੀ ਮੇਰੀ? ਰਮਨ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਸੋ ਜਿਹੜਾ ਟਾਲਕੋਟ ਪਾਰਸਨਸ ਹੈ ਉਹ ਕਹਿੰਦਾ ਜੀ ਪੋਲੀਟੀਕਲ ਕਲਚਰ ਇਜ਼ ਕੰਸਰਨਡ ਵਿਦ। रमन अपना वीडियो ऑफ करो। रमन अपना वीडियो ऑफ करो। हाँ जी सर। मैं क्या अब तुहानू आवाज आ रही ना मेरी?
हाँ जी सर। मैं कहा अपना वीडियो तुसी ऑफ करो, ऑडियो जड़ा ऑन रहन दो, बाकी वीडियो ऑफ करो, ਤਾਂ ਹੀ ਤੁਹਾਨੂੰ ਜਿਹੜਾ ਹੈਗਾ ਬੋਰਡ ਦਿਖੂਗਾ, ਅਦਰਵਾਈਜ਼ ਤੁਹਾਨੂੰ ਬੋਰਡ ਨਹੀਂ ਜਿਹੜਾ ਹੈਗਾ ਦਿਖੂਗਾ। सर देख रहा है। ਦਿਖਦਾ ਪਿਆ ਬੋਰਡ? ਚਲੋ ਠੀਕ ਹੈ। हाँ। ਅੱਛਾ, ਮੈਂ ਹੁਣ ਜਿਹੜੀ ਦੂਸਰੀ ਪਰਿਭਾਸ਼ਾ ਜਿਹੜੀ ਹੈ ਡਿਸਕਸ ਕਰਨ ਜਾ ਰਹੇ ਹਾਂ ਕਿ ਬਾਕੀ ਜਾਣੇ ਕਿੱਥੇ? ਬਾਕੀ ਜਾਣਿਆਂ ਨੇ ਕਲਾਸ ਕਿਉਂ ਨਹੀਂ ਲਗਾਈ? ਹੁਣ ਤਾਂ ਮੈਂ ਕੱਲ ਦਾ सर ਦੱਸਿਆ मैं ਵਾ मैसेज ਹੈ। सर मैं मैसेज ਤਾਂ ਕੀਤਾ ਸੀਗਾ ਪਰ ਬਸ ਠੀਕ ਮੈਂ ਹੈ, ਦੇਖਿਆ ਨਹੀਂ ਠੀਕ ਉਹਨਾਂ ਹੈ। ਨੇ ਕੁੜੀਆਂ। ਜਿਹੜਾ ਬੱਚਾ ਕਲਾਸ ਲਾਊਗਾ ਤੇ ਵੀਡੀਓ ਸੁਣੂਗਾ ਉਹਦੀ ਹਾਜ਼ਰੀ ਲੱਗ ਜੂਗੀ, ਬਾਕੀਆਂ ਦੀ ਨਹੀਂ ਲੱਗੂਗੀ। ਇਹ ਆਪਾਂ ਇਸ ਜਿਹੜਾ ਝਮੇਲਾ ਇਹਦੇ ਚੋਂ ਹਾਂਜੀ ਨਿਕਲੀਏ ਤਾਂ ਆਪਣਾ ਸਿਲੇਬਸ ਜਿਹੜਾ ਆਪਾਂ ਕਰੀਏ ਜਲਦੀ ਜਲਦੀ। ਸੋ ਆ ਤੁਹਾਨੂੰ ਇੱਕ ਹਾਂਜੀ ਸਰ। ਪੀਪੀਟੀ ਦਿਖ ਰਹੀ ਹੋਣੀ ਹੈ ਜਿਹਦੇ ਵਿੱਚ ਮੈਂ ਹਾਂਜੀ ਪਰਿਭਾਸ਼ਾ ਇੱਕ ਸਰ। ਲਿਖੀ ਹੋਈ ਹੈ। ਇੱਕ ਪਰਿਭਾਸ਼ਾ ਮੈਂ ਤੁਹਾਨੂੰ ਸਮਝਾਤੀ ਆਲਮੰਡ ਤੇ ਪਾਵਲ ਦੀ। ਦੂਸਰੀ ਪਰਿਭਾਸ਼ਾ ਹੈਗੀ ਹੈ ਪੋਲੀਟੀਕਲ ਕਲਚਰ ਇਜ਼ ਕੰਸਰਨਡ ਵਿਦ ਓਰੀਐਂਟੇਸ਼ਨਸ। ਕੰਸਰਨਡ ਵਿਦ ਓਰੀਐਂਟੇਸ਼ਨਸ। ਓਰੀਐਂਟੇਸ਼ਨ ਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ। ਜਿੱਥੇ ਕੋਈ ਸਮਝ ਨਹੀਂ ਲੱਗੂਗੀ ਪੁੱਛ ਲਿਓ ਮੇਰੇ ਤੋਂ, ਜਿੱਥੇ ਕੁਝ ਪਤਾ ਨਹੀਂ ਠੀਕ ਹੈ ਲੱਗੂਗਾ ਸਰ। ਰਮਨ ਪੁੱਛ ਲਿਓ ਮੇਰੇ ਤੋਂ, ਠੀਕ ਹੈ। ਹੁਣ ਠੀਕ ਜਿਹੜਾ ਹੈ ਸਰ। ਹਾਂਜੀ ਟਾਲਕੋਟ ਪਾਰਸਨ ਸੀਗਾ ਉਹ ਇੱਕ ਅਮਰੀਕਨ ਰਾਜਨੀਤਿਕ ਵਿਗਿਆਨਿਕ ਸੀਗਾ ਜਿਸਨੇ ਆਪਣੀਆਂ ਲੇਖਣੀਆਂ ਦੇ ਵਿੱਚ ਜਿਹੜਾ ਹੈ ਰਾਜਨੀਤਿਕ ਸੱਭਿਆਚਾਰ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਕੀਤਾ। ਹੁਣ ਉਹਦੇ ਅਨੁਸਾਰ ਰਾਜਨੀਤਿਕ ਸੱਭਿਆਚਾਰ ਕੀ ਹੈ, ਕਿਹਦੇ ਨਾਲ ਸੰਬੰਧਿਤ ਹੈ? ਉਹਦੇ ਅਨੁਸਾਰ ਰਾਜਨੀਤਿਕ ਸੱਭਿਆਚਾਰ ਜਿਹੜਾ ਹੈਗਾ ਹੈ ਉਹ ਜਿਹੜੇ ਦਿਸ਼ਾਮਾਨ ਹੁੰਦੇ ਹੈ ਉਹਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਔਰ ਜਿਹੜੇ ਰਾਜਨੀਤਿਕ ਆਬਜੈਕਟਸ ਹੁੰਦੇ ਆ ਜਾਂ ਰਾਜਨੀਤਿਕ ਸਮੱਗਰੀ ਹੁੰਦੀ ਹੈ ਉਹਦੇ ਨਾਲ ਜਿਹੜਾ ਹੈ ਇਹਦਾ ਸੰਬੰਧ ਹੈ। ਹੁਣ ਇਹ ਤੁਸੀਂ ਟੌਪਿਕ ਪਹਿਲਾਂ ਹੀ ਪੜ੍ਹਿਆ ਹੋਇਆ, ਤੁਹਾਨੂੰ ਪਤਾ ਰਾਜਨੀਤਿਕ ਸੱਭਿਆਚਾਰ ਕੀ ਹੁੰਦਾ ਰਮਨ? ਰਮਨ ਤੁਹਾਨੂੰ ਪਤਾ ਹੈ ਕਿ ਰਾਜਨੀਤਿਕ ਸੱਭਿਆਚਾਰ ਕੀ ਹੁੰਦਾ? ਇਹ ਤੁਸੀਂ ਛੋਟੀਆਂ ਕਲਾਸਾਂ 'ਚ ਟੌਪਿਕ ਪੜ੍ਹਿਆ, BA 1 ਦੇ ਵਿੱਚ ਪੜ੍ਹਿਆ ਹੋਇਆ ਹੈ ਜਿਹੜਾ ਇਹ ਟੌਪਿਕ ਹੈਗਾ। ਚਲੋ ਮੈਂ ਦੱਸ ਦਿੰਦਾ ਤੁਹਾਨੂੰ। ਅਗਰ ਬਹੁਤ ਆਮ ਭਾਸ਼ਾ 'ਚ ਗੱਲ ਕਰੀਏ, ਦੋ ਅਸੀਂ ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ ਡਿਸਕਸ ਜਿਹੜੀਆਂ ਕਰ ਲਈਆਂ। ਹੁਣ ਸੱਭਿਆਚਾਰ ਕੀ ਹੁੰਦਾ? ਸੱਭਿਆਚਾਰ ਦਾ ਪਤਾ ਤੁਹਾਨੂੰ ਕੀ ਹੁੰਦਾ? ਕਲਚਰ ਜਿਹਨੂੰ ਆਪਾਂ ਕਹਿੰਦੇ ਹਾਂ। ਹਾਂਜੀ ਸਰ। ਹਾਂ ਦੱਸੋ ਕੀ ਹੁੰਦਾ? ਸੱਭਿਆਚਾਰ ਸਰ ਜਿਹਨਾਂ ਚ ਲੋਕ ਰਹਿੰਦੇ ਆ। ਹਾਂ ਸੱਭਿਆਚਾਰ ਇੱਕ ਆਪਾਂ ਸਮਾਜ। ਡਿਸਕਸ਼ਨ ਆਪਾਂ ਥੋੜੀ ਜੀ ਡਿਸਕਸ਼ਨ ਕਰਨੀ ਹੈ ਤਾਂ ਕਿ ਲੱਗੇ ਲਾਈਵ ਕਲਾਸ ਲੱਗੀ ਹੋਈ ਹੈ, ਠੀਕ ਹੈ। ਹੁਣ ਸੱਭਿਆਚਾਰ ਹਾਂਜੀ ਦੇ ਵਿੱਚ ਹਾਂਜੀ ਸੱਭਿਆਚਾਰ ਇੱਕ ਸਮੂਹ ਦਾ ਹੋ ਸਕਦਾ ਹੈ, ਇੱਕ ਜਾਤੀ ਦਾ ਹੋ ਸਕਦਾ ਹੈ, ਇੱਕ ਦੇਸ਼ ਦਾ ਹੋ ਸਕਦਾ ਹੈ, ਇੱਕ ਜਿਹੜਾ ਹੈ ਰਾਜ ਦਾ ਹੋ ਸਕਦਾ ਹੈ, ਇੱਕ ਜਿਹੜਾ ਨਸਲੀਏ ਜਿਹੜੀ ਜਾਤੀ ਹੈ ਉਹਦਾ ਹੋ ਸਕਦਾ ਹੈ। ਸੋ ਤੁਸੀਂ ਦੇਖਿਆ ਹੋਣਾ ਕਿ ਭਾਰਤ ਦੇ ਵਿੱਚ ਹੀ ਕਈ ਤਰ੍ਹਾਂ ਦੇ ਸੱਭਿਆਚਾਰ ਸਾਨੂੰ ਦੇਖਣ ਨੂੰ ਮਿਲਦੇ ਆ। ਸਹੀ, ਕਈ ਤਰ੍ਹਾਂ ਦੀ ਜਿਹੜੀ ਵੇਸ਼ ਭੂਸ਼ਾ ਸਾਨੂੰ ਦੇਖਣ ਨੂੰ ਮਿਲਦੀ ਹੈ, ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਸਾਨੂੰ ਜਿਹੜੀਆਂ ਦੇਖਣ ਨੂੰ ਮਿਲਦੀਆਂ, ਠੀਕ ਹੈ ਜੀ। ਹੁਣ ਸੱਭਿਆਚਾਰ, ਜਦੋਂ ਅਸੀਂ ਸੱਭਿਆਚਾਰ ਦੇ ਵਿੱਚ ਰਾਜਨੀਤੀ ਨੂੰ ਜੋੜ ਦਈਦਾ ਹੈ ਜਾਂ ਜਦੋਂ ਅਸੀਂ ਰਾਜਨੀਤਿਕ ਪਰਿਪੇਖ ਦੇ ਵਿੱਚ ਸੱਭਿਆਚਾਰ ਦੀ ਗੱਲ ਕਰਦੇ ਆ ਉਹਨੂੰ ਅਸੀਂ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਪੋਲੀਟੀਕਲ ਕਲਚਰ ਕਹਿੰਦੇ ਆ ਜਾਂ ਰਾਜਨੀਤਿਕ ਸੱਭਿਆਚਾਰ ਕਹਿੰਦੇ ਆ, ਠੀਕ ਹੈ। ਹਾਂਜੀ ਠੀਕ ਹੈ ਜੀ। ਹਾਂਜੀ ਹੁਣ ਹਾਂਜੀ ਸਰ। ਇਹਦੀਆਂ ਪਰਿਭਾਸ਼ਾਵਾਂ ਤੁਸੀਂ 2-3 ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ ਯਾਦ ਕਰ ਲਿਓ ਪੇਪਰ 'ਚ ਲਿਖਣ ਵਾਸਤੇ। ਦੋ ਤਾਂ ਮੈਂ ਤੁਹਾਨੂੰ ਸਮਝਾਤੀਆਂ। ਹੁਣ ਜੇ ਅਸੀਂ ਇਹਨੂੰ ਕਨਕਲੂਡ ਕਰਨਾ ਹੋਵੇ, ਪਰਿਭਾਸ਼ਾਵਾਂ ਨੂੰ ਕਨਕਲੂਡ ਕਰਨਾ ਹੋਵੇ ਤੇ ਅਸੀਂ ਇਹ ਕਵਾਂਗੇ ਕਿ ਰਾਜਨੀਤਿਕ ਸੱਭਿਆਚਾਰ ਇਹੋ ਜਿਹੇ ਨਮੂਨਿਆਂ ਜਾਂ ਜਿਹੜੇ ਵਿਅਕਤੀ ਦੁਆਰਾ ਨਿਸ਼ਚਿਤ ਮਾਪਦੰਡ ਹੁੰਦੇ ਹੈ ਜਾਂ ਦਿਸ਼ਾਮਾਨ ਹੁੰਦੇ ਹੈ ਕਿਹਦੇ ਪ੍ਰਤੀ? ਰਾਜਨੀਤੀ ਦੇ ਪ੍ਰਤੀ, ਠੀਕ ਹੈ। ਔਰ ਉਹ ਕਿਹਨਾਂ ਦੇ ਹੁੰਦੇ ਆ? ਪੋਲੀਟੀਕਲ ਸਿਸਟਮ 'ਚ ਜਿਹੜੇ ਸਾਰੇ ਲੋਕ ਸ਼ਾਮਿਲ ਹੁੰਦੇ ਆ ਰਾਜਨੀਤਿਕ ਪ੍ਰਣਾਲੀ 'ਚ ਉਹਨਾਂ ਦੇ ਹੁੰਦੇ, ਉਹਨੂੰ ਅਸੀਂ ਰਾਜਨੀਤਿਕ ਸੱਭਿਆਚਾਰ ਜਿਹੜਾ ਹੈ ਕਹਿੰਦੇ ਆ। ਹੁਣ ਮੈਂ ਅਗਲੀ ਸਲਾਈਡ ਵੱਲ ਜਿਹੜਾ ਹੈਗਾ ਵੱਧ ਰਿਹਾ। ਹੁਣ ਕਰੈਕਟਰਿਸਟਿਕਸ ਦੀ ਗੱਲ ਕਰੀਏ, ਅਗਰ ਇਹਦੀਆਂ ਅਸੀਂ ਜਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ, ਸੋ ਹਮੇਸ਼ਾ ਅਗਰ ਤੁਸੀਂ ਪਰਿਭਾਸ਼ਾਵਾਂ ਚੰਗੀ ਤਰ੍ਹਾਂ ਯਾਦ ਕੀਤੀਆਂ ਹੋਈਆਂ ਹੈ ਤਾਂ ਉਹਦੇ ਚੋਂ ਹੀ ਵਿਸ਼ੇਸ਼ਤਾਵਾਂ ਦੇ ਪੁਆਇੰਟ ਨਿਕਲ ਆਉਂਦੇ। ਹੁਣ ਮੈਂ ਇੱਕ ਤੁਹਾਨੂੰ ਆਸਾਨ ਤਰੀਕਾ ਦੱਸਦਾ ਹੈ
ਪਰਿਭਾਸ਼ਾਵਾਂ ਚੋਂ ਜਿਹੜਾ ਹੈ ਵਿਸ਼ੇਸ਼ਤਾਵਾਂ ਨੂੰ ਸੈਪਰੇਟ ਕਰਨ ਦਾ ਜਾਂ ਉਹਦੇ ਚੋਂ ਹੀ ਯਾਦ ਕਰਨ ਦਾ। ਹੁਣ ਆਪਾਂ ਦੁਬਾਰਾ ਤੋਂ ਜਿਹੜੀ ਹੈ ਤੀਸਰੀ ਸਲਾਈਡ ਵੱਲ ਆ ਜਾਂਦੇ ਹਾਂ। ਹੁਣ ਤੀਸਰੀ ਸਲਾਈਡ ਦੇ ਵਿੱਚ ਜਿਹੜਾ ਆਲਮੰਡ ਤੇ ਪਾਵਲ ਹੈ ਉਹਨੇ ਰਾਜਨੀਤਿਕ ਸੱਭਿਆਚਾਰ ਦੀ ਪਰਿਭਾਸ਼ਾ ਦੀ ਗੱਲ ਕੀਤੀ ਹੈ। ਹੁਣ ਜਿੱਦਾਂ ਮੰਨ ਲਓ ਉਹਨੇ ਲਿਖਿਆ ਹੈ ਪੋਲੀਟੀਕਲ ਕਲਚਰ ਇਜ਼ ਆ, ਇੱਥੇ ਮੇਰਾ ਐਰੋ ਹੈਡ ਹੈ, ਉਹਨੂੰ ਦੇਖੋ ਧਿਆਨ ਨਾਲ। ਪੋਲੀਟੀਕਲ ਕਲਚਰ ਇਜ਼ the pattern of individual attitudes and orientations towards politics। ਸੋ ਇੱਕ ਪੁਆਇੰਟ ਇਹ ਬਣ ਸਕਦਾ ਕਿ ਰਾਜਨੀਤਿਕ ਸੱਭਿਆਚਾਰ ਵਿੱਚ ਰਾਜਨੀਤੀ ਦੇ ਪ੍ਰਤੀ ਦਿਸ਼ਾਮਾਨ ਸ਼ਾਮਿਲ ਹੁੰਦੇ। ਇੱਕ ਪੁਆਇੰਟ ਬਣ ਗਿਆ, ਇੱਕ ਵਿਸ਼ੇਸ਼ਤਾ ਬਣ ਗਈ। ਸੋ ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਪੋਲੀਟੀਕਲ ਸਿਸਟਮ ਦਾ ਕਨਸੈਪਟ, ਜਿਸ ਤਰ੍ਹਾਂ ਪੋਲੀਟੀਕਲ ਸਿਸਟਮ ਦਾ ਜਿਹੜਾ ਕਨਸੈਪਟ ਹੈ ਉਹ ਯੂਨੀਵਰਸਲ ਹੈ, ਮਤਲਬ ਸਾਰੇ ਦੇਸ਼ਾਂ 'ਚ ਪਾਇਆ ਜਾਂਦਾ ਹੈ, ਸਾਰੀਆਂ ਰਾਜਨੀਤਿਕ ਪ੍ਰਣਾਲੀਆਂ 'ਚ ਪਾਇਆ ਜਾਂਦਾ ਹੈ। ਸੋ ਇਹਦੇ ਆਧਾਰ ਉੱਤੇ ਹੀ ਅਸੀਂ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਨੂੰ ਜੱਜ ਕਰਦੇ ਹਾਂ। ਹੁਣ ਜਿੱਦਾਂ ਜਦੋਂ ਰਾਜਨੀਤਿਕ ਸੱਭਿਆਚਾਰ ਦੀ ਗੱਲ ਹੁੰਦੀ ਹੈ ਤੇ ਰਾਜਨੀਤਿਕ ਸੱਭਿਆਚਾਰ ਅਲੱਗ, ਹਰ ਕੰਟਰੀ ਦਾ ਅਲੱਗ-ਅਲੱਗ ਹੈ, ਪਰ ਇਹ ਜਿਹੜਾ ਕਨਸੈਪਟ ਹੈ ਅਗਰ ਸਿਧਾਂਤਿਕ ਰੂਪ 'ਚ ਦੇਖੀਏ ਇਹ ਸਾਰੇ ਦੇਸ਼ਾਂ ਦੇ ਵਿੱਚ ਪਾਇਆ ਜਾਂਦਾ ਹੈ। ਹੁਣ ਅਮਰੀਕਾ ਦਾ ਜਿਹੜਾ ਰਾਜਨੀਤਿਕ ਸੱਭਿਆਚਾਰ ਅਲੱਗ ਹੈ, ਭਾਰਤ ਦਾ ਅਲੱਗ ਹੈ, ਫਰਾਂਸ ਦਾ ਅਲੱਗ ਹੈ, ਯੂਰਪ ਦੇ ਜਿਹੜੇ ਹੋਰ ਦੇਸ਼ ਹੈ ਉਹਨਾਂ ਦਾ ਅਲੱਗ ਹੈ। ਸੋ ਅਲੱਗ-ਅਲੱਗ ਦੇਸ਼ਾਂ ਦਾ ਜਿਹੜਾ ਹੈਗਾ ਹੈ ਉਹ ਅਲੱਗ-ਅਲੱਗ ਜਿਹੜਾ ਹੈ ਆਪਣੇ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ। ਠੀਕ ਹੈ, ਲੱਗ ਗਈ ਗੱਲ ਸਮਝ ਇੱਥੇ ਤੱਕ ਰਮਨ? ਹਾਂਜੀ ਸਰ। ਠੀਕ ਹੈ ਜੀ। ਸੋ ਹੁਣ ਜਿਹੜੀਆਂ ਦੋ ਵਿਸ਼ੇਸ਼ਤਾਵਾਂ ਅਸੀਂ ਜਿਹੜੀਆਂ ਡਿਸਕਸ ਕਰ ਲਈਆਂ, ਇੱਕ ਅਸੀਂ ਜਿਹੜੀ ਉਹਦੀ ਪਰਿਭਾਸ਼ਾ ਸੀਗੀ ਆਲਮੰਡ ਦੀ ਪਾਵਲ ਦੀ, ਉਹਦੇ ਵਿੱਚੋਂ ਅਸੀਂ ਜਿਹੜੀ ਹੈ ਇੱਕ ਪਰਿਭਾਸ਼ਾ ਲਈ ਹੈ। ਹੁਣ ਅਗਲੀ ਪਰਿਭਾਸ਼ਾ ਦੀ ਗੱਲ ਕਰ ਰਹੇ, ਇਟ ਇਜ਼ ਅ ਯੂਨੀਵਰਸਲ ਕਨਸੈਪਟ। ਯੂਨੀਵਰਸਲ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਇਸ ਵਾਤਾਵਰਣ ਵਿੱਚ ਪਾਈ ਜਾਂਦੀ, ਸਾਰੇ ਵਾਤਾਵਰਣ 'ਚ ਪਾਈ ਜਾਂਦੀ। ਯੂਨੀਵਰਸਲ ਦਾ ਮਤਲਬ ਹੁੰਦਾ ਸਾਰੀ ਜਗ੍ਹਾ ਪਾਈ ਜਾਂਦੀ ਹੈ, ਸਰਵ ਵਿਆਪਕ ਜਿਹਨੂੰ ਆਪਾਂ ਕਹਿ ਦਈਏ। ਮਤਲਬ ਜਿਹੜਾ ਰਾਜਨੀਤਿਕ ਸੱਭਿਆਚਾਰ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਸਰਵ ਵਿਆਪਕ ਹੈ, ਹਰ ਦੇਸ਼ 'ਚ ਪਾਇਆ। ਮੈਂ ਤੁਹਾਨੂੰ ਸਮਝਾਇਆ ਹੁਣੀ ਪਹਿਲੇ। ਫਿਰ ਇਟ ਇਜ਼ ਅ ਕੰਪਰੀਹੈਂਸਿਵ ਕਨਸੈਪਟ, ਮਤਲਬ ਇਹ ਜਿਹੜਾ ਕਨਸੈਪਟ ਹੈਗਾ ਬਹੁਤ ਜ਼ਿਆਦਾ ਕੰਪਰੀਹੈਂਸਿਵ ਹੈ, ਬਹੁਤ ਜ਼ਿਆਦਾ ਜਿਹੜਾ ਹੈ ਮਤਲਬ ਕਿ ਇਹ ਜਿਹੜਾ ਕਨਸੈਪਟ ਹੈ ਬਹੁਤ ਜ਼ਿਆਦਾ ਜਿਹੜਾ ਹੈ ਸਾਨੂੰ ਦੇਖਣ ਨੂੰ ਮਿਲਦਾ ਹੈ ਹਰ ਦੇਸ਼ ਦੇ ਵਿੱਚ। ਜਿਹੜਾ ਹੈ ਇਹ ਕਨਸੈਪਟ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਜਿਹੜੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਅਸੀਂ ਪਹਿਲਾ ਜਿਹੜਾ ਮੈਂ ਤੁਹਾਨੂੰ ਵਰਚੁਅਲ ਲੈਕਚਰ ਪਾਇਆ ਉਹਦੇ ਵਿੱਚ ਤੁਹਾਨੂੰ ਮੈਂ ਜਿਹੜਾ ਟੌਪਿਕ ਜਿਹੜਾ ਸੀਗਾ ਪੋਲੀਟੀਕਲ ਕਲਚਰ ਵਾਲਾ ਇੰਟਰੋਡਿਊਸ ਕੀਤਾ। ਉਸ ਤੋਂ ਬਾਅਦ ਹੁਣ ਅਸੀਂ ਇਹਦੀਆਂ ਪਹਿਲੇ ਡੈਫੀਨੇਸ਼ਨਸ ਜਿਹੜੀਆਂ ਸੀਗੀਆਂ ਡਿਸਕਸ ਕੀਤੀਆਂ, ਇਹਦੀਆਂ ਪਰਿਭਾਸ਼ਾਵਾਂ ਡਿਸਕਸ ਕੀਤੀਆਂ। ਸੋ ਆਪਣੇ ਕੋਲ ਟਾਈਮ ਘੱਟ ਹੈ ਹੁਣ, ਤੇ ਤੁਹਾਡੇ ਜਿਹੜੇ ਪੇਪਰ ਹੈ ਫਸਟ ਵੀਕ ਆਫ ਜੁਲਾਈ ਦੇ ਵਿੱਚ ਜਿਹੜਾ ਹੈ ਸ਼ੁਰੂ ਹੋਣੇ ਹੈ, ਔਰ ਇਸ ਕਰਕੇ 30 ਜੂਨ ਤੱਕ ਤੁਹਾਡੀਆਂ ਕਲਾਸਾਂ ਲੱਗੂਗੀਆਂ। 30 ਜੂਨ ਤੱਕ ਤੁਹਾਡੀਆਂ ਕਲਾਸਾਂ ਲੱਗੂਗੀਆਂ, ਔਰ ਇਹ ਕਲਾਸ ਜ਼ਰੂਰ ਲਗਾਇਆ ਕਰੋ। ਇਹਦੇ ਵਿੱਚ ਹੀ ਸਾਰੀ ਜਿਹੜੀ ਡਿਸਕਸ਼ਨ ਹੈ ਉਹ ਹੋਣੀ ਹੈ। ਠੀਕ ਹੈ, ਅੱਜ ਵੀ ਕੁਝ ਬੱਚਿਆਂ ਨੇ ਲੇਟ ਜੁਆਇਨ ਕੀਤਾ, ਕੋਈ ਗੱਲ ਨਹੀਂ, ਅੱਜ ਪਹਿਲਾ ਦਿਨ ਸੀਗਾ। ਮਤਲਬ ਪਹਿਲਾ ਦਿਨ ਕਹਿਣ ਦਾ ਮਤਲਬ ਆਫਟਰ ਮੈਂ ਪਹਿਲੇ ਵੀਡੀਓਜ਼ ਵਰਚੁਅਲ ਵੀਡੀਓਜ਼ ਪਾ ਰਿਹਾ ਸੀ, ਤੇ ਲਾਈਵ ਕਲਾਸ ਜਿਹੜਾ ਹੈ ਉਹਦਾ ਅੱਜ ਕਾਫੀ ਦਿਨਾਂ ਬਾਅਦ ਪਹਿਲਾ ਦਿਨ ਸੀਗਾ। ਸੋ ਇਹਦੀਆਂ ਅਸੀਂ ਰਾਜਨੀਤਿਕ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਡਿਸਕਸ ਕਰ ਰਹੇ ਹਾਂ। ਹੁਣ ਇਹਦੇ ਵਿੱਚ ਅਗਲਾ ਜਿਹੜਾ ਪੁਆਇੰਟ ਹੈ, ਤੀਸਰਾ ਪੁਆਇੰਟ, ਐਵਰੀ ਪੋਲੀਟੀਕਲ ਸਿਸਟਮ ਹੈਜ਼ ਡਿਸਟਿੰਕਟ ਪੋਲੀਟੀਕਲ ਕਲਚਰ। ਜੋਤੀ ਤੁਸੀਂ ਦੱਸੋ ਕਿ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਿਹੜਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ ਉਹ ਕਿਸ ਤਰ੍ਹਾਂ ਫਰਕ ਹੁੰਦਾ ਹੈ? ਜੋਤੀ ਨੇ ਜੁਆਇਨ ਨਹੀਂ ਕੀਤਾ। ਹਰਪ੍ਰੀਤ ਤੁਸੀਂ ਦੱਸੋ। ਹਰਪ੍ਰੀਤ ਤੁਸੀਂ ਦੱਸੋ। ਇਹ ਤੁਸੀਂ ਟੌਪਿਕ ਤੁਸੀਂ ਪਹਿਲੇ ਪੜ੍ਹਿਆ। ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀਗਾ ਕਿ ਹਰ ਇੱਕ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਉਹਦਾ ਜਿਹੜਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ ਅਲੱਗ-ਅਲੱਗ ਹੁੰਦਾ ਹੈ। ਕਿਸ ਤਰ੍ਹਾਂ ਅਲੱਗ-ਅਲੱਗ ਹੁੰਦਾ ਹੈ ਔਰ ਕਿਉਂ ਅਲੱਗ-ਅਲੱਗ ਹੁੰਦਾ? ਸਰ ਉਹਦੇ ਵਿੱਚ ਵਿਸ਼ੇ ਵੱਖ-ਵੱਖ ਹੁੰਦੇ। ਹਾਂ, ਵਿਸ਼ੇ ਵੱਖ-ਵੱਖ ਹੁੰਦੇ ਆ। ਜਿਹੜੇ ਅਗਰ ਆਪਾਂ ਹਾਂ ਠੀਕ ਦੱਸ ਰਹੇ ਹੋ ਤੁਸੀਂ। ਜਿਹੜਾ ਕਿ ਇੱਕ ਅਗਰ ਆਪਾਂ ਇੰਡੀਵਿਜੂਅਲ ਪੈਟਰਨ ਦੀ ਗੱਲ ਕਰੀਏ, ਇੰਡੀਵਿਜੂਅਲ ਵਿਅਕਤੀਗਤ ਨਮੂਨਿਆਂ ਦੀ ਗੱਲ ਕਰੀਏ ਜਾਂ ਵਿਅਕਤੀਗਤ ਮਾਪਦੰਡਾਂ ਦੀ ਗੱਲ ਕਰੀਏ ਤਾਂ ਉਹ ਅਲੱਗ-ਅਲੱਗ ਹੁੰਦੇ ਆ। ਠੀਕ ਹੈ, ਹੁਣ ਇੱਥੇ ਉਦਾਹਰਨ ਤੁਸੀਂ ਦੇ ਸਕਦੇ ਆ ਇਸ ਪੁਆਇੰਟ 'ਚ ਕਿ ਜਿੱਦਾਂ ਫੋਰ ਐਗਜ਼ਾਮਪਲ ਪਾਕਿਸਤਾਨ ਦਾ ਜਿਹੜਾ ਰਾਜਨੀਤਿਕ ਸੱਭਿਆਚਾਰ ਹੈ ਉਹ ਭਾਰਤ ਨਾਲੋਂ ਟੋਟਲੀ ਡਿਫਰੈਂਟ ਹੈ। ਦੋਨੋਂ ਦੇਸ਼
ਇੱਕੋ ਹੀ ਟਾਈਮ ਤੇ ਬਣੇ। ਪਾਕਿਸਤਾਨ ਦੀ ਕ੍ਰੀਏਸ਼ਨ ਜਿਹੜੀ 14 ਅਗਸਤ 1947 ਨੂੰ ਹੋਈ ਤੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। ਦੋਨੋਂ ਦੇਸ਼ਾਂ ਦੀ ਅਗਰ ਅਸੀਂ ਰਾਜਨੀਤਿਕ ਵਿਵਸਥਾ ਦੇਖੀਏ ਜਾਂ ਪੋਲੀਟੀਕਲ ਸਿਸਟਮ ਨੂੰ ਦੇਖੀਏ ਅਲੱਗ-ਅਲੱਗ ਹੈ। ਹੁਣ ਜੇ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤੇ ਪਾਕਿਸਤਾਨ ਦੇ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਜਿਹੜਾ ਮਤਲਬ ਜ਼ਗੀਰਦਾਰੀ ਸਿਸਟਮ ਹੈ ਉਹ ਬਹੁਤ ਇੰਪੋਰਟੈਂਸ ਹੈ ਉਹਦੀ। ਫਿਰ ਉੱਥੇ ਦੀ ਜਿਹੜੀ ਆਰਮੀ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈ ਆਪਣੇ ਰੋਲ ਪਲੇ ਕਰਦੀ ਹੈ ਪੋਲਿਟਿਕਸ ਦੇ ਵਿੱਚ। ਭਾਰਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਭਾਰਤ ਦੇ ਵਿੱਚ ਲੋਕਤੰਤਰੀ ਵਿਵਸਥਾ ਦੀਆਂ ਜਿਹੜੀਆਂ ਜੜ੍ਹਾਂ ਹੈ ਉਹ ਮਜ਼ਬੂਤ ਹੈ। ਭਾਰਤ ਦੇ ਵਿੱਚ ਜਿਹੜੀ ਲੋਕਤੰਤਰੀ ਵਿਵਸਥਾ ਹੈ ਉਹਦੇ ਵਿੱਚ ਸਰਕਾਰ ਦੀ ਆਲੋਚਨਾ ਕਰਨ ਦਾ ਹੱਕ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਹੈਗਾ। ਨੋ ਡਾਊਟ ਅੱਜ ਕੱਲ ਦੇ ਯੁੱਗ ਦੇ ਵਿੱਚ, ਇਸ ਸਰਕਾਰ ਦੇ ਯੁੱਗ ਦੇ ਵਿੱਚ, ਮੋਦੀ ਸਰਕਾਰ ਦੇ ਯੁੱਗ ਦੇ ਵਿੱਚ ਇਸ ਸਰਕਾਰ ਤੇ ਕਈ ਵਾਰੀ ਇਹ ਜਿਹੜਾ ਹੈਗਾ ਹੈ ਇਲਜ਼ਾਮ ਲੱਗ ਰਿਹਾ ਹੈ ਕਿ ਇਹ ਸਰਕਾਰ ਨੇ ਜਿਹੜਾ ਹੈ ਬੋਲਣ ਦੀ ਜਿਹੜੀ ਹੈ ਲੋਕਾਂ ਦੀ ਜਿਹੜੀ ਹੈ ਆਪਣੇ ਫਰੀडम ਜਿਹੜਾ ਹੈ ਸੁਤੰਤਰਤਾ ਜਿਹੜੀ ਹੈ ਉਹ ਖੋਹ ਲਈ ਹੈ। ਠੀਕ ਹੈ, ਜਾਂ ਇਹ ਨਵੇਂ ਤਰ੍ਹਾਂ ਦੇ ਜਿਹੜਾ ਰਾਜਨੀਤਿਕ ਸੱਭਿਆਚਾਰ ਹੈ ਉਹਦੀ ਜਿਹੜੀ ਹੈ ਉਹਦਾ ਜਿਹੜਾ ਹੈ ਉਹਨੂੰ ਇਵੋਲਵ ਕਰ ਰਿਹਾ ਹੈ ਜਾਂ ਉਹਨੂੰ ਜਗ੍ਹਾ ਦੇ ਰਿਹਾ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਕਿ ਵਿਚਾਰਾਤਮਕ ਰੂਪ ਨਾਲ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਆਪਣੇ ਪੱਖ ਦੇ ਵਿੱਚ ਕਰਕੇ ਸੱਭਿਆਚਾਰਕ ਰੂਪ ਨਾਲ ਜਿਹੜਾ ਹੈ ਐਕਸਟ੍ਰੀਮ ਨੈਸ਼ਨਲਿਜ਼ਮ ਦਾ ਜਿਹੜਾ ਪੱਖ ਹੈ ਉਹਨੂੰ ਲੈ ਕੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਗੱਲ ਕਰ ਰਹੇ। ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੁਸੀਂ ਹੁਣ ਦੇਖਿਆ ਹੋਣਾ ਹੈ ਸੋਸ਼ਲ ਮੀਡੀਆ ਦੀ ਗੱਲ ਕਰੀਏ, ਹਾਂ ਨੋ ਡਾਊਟ ਜਿਹੜਾ ਸਾਡਾ ਨੈਸ਼ਨਲ ਮੀਡੀਆ ਹੈ ਉਹ ਕਈ ਵਾਰੀ ਲੱਗਦਾ ਹੈ ਕਿ ਕਈ ਵਾਰੀ ਉਹ ਖਬਰਾਂ ਨਹੀਂ ਦਿਖਾਉਂਦਾ ਤਾਂ ਇਹ ਲੱਗਦਾ ਹੈਗਾ ਕਿ ਜਿਹੜਾ ਹੈ ਸਰਕਾਰ ਦੇ ਫੇਵਰ 'ਚ ਹੈ ਜਾਂ ਸਰਕਾਰ ਦੇ ਪੱਖ ਦੇ ਵਿੱਚ ਬੋਲ ਰਿਹਾ। ਪਰ ਸੋਸ਼ਲ ਮੀਡੀਆ ਦੇ ਉੱਤੇ ਲੋਕ ਸਵੇਰ ਤੋਂ ਲੈ ਕੇ ਸਰਕਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਦੇ ਆ ਤਾਂ ਗਾਲਾਂ ਕੱਢੀ ਜਾਂਦੇ। ਸੋ ਇਦਾਂ ਦੀ ਹਾਂ ਪਾਕਿਸਤਾਨ ਦੇ ਵਿੱਚ ਵੀ ਆਲੋਚਨਾ ਜਿਹੜੀ ਹੈ ਲੋਕ ਕਰਦੇ ਆ। ਪਰ ਜੇ ਆਪਾਂ ਪਾਵਰ ਸਟਰਕਚਰ ਦੀ ਗੱਲ ਕਰੀਏ ਦੋਨਾਂ ਦੇਸ਼ਾਂ ਦੇ, ਉਹ ਟੋਟਲੀ ਡਿਫਰੈਂਟ ਹੈ। ਭਾਰਤ ਦੇ ਵਿੱਚ ਜਿਹੜਾ ਹੈ ਨਿਰੰਤਰ ਜਿਹੜਾ ਹੈ 1947 ਤੋਂ ਲੈ ਕੇ ਅਗਰ 2021 ਤੱਕ ਅਸੀਂ ਗੱਲ ਕਰੀਏ ਇੱਕੋ ਤਰ੍ਹਾਂ ਦਾ ਪੋਲੀਟੀਕਲ ਕਲਚਰ ਚੱਲ ਰਿਹਾ। ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਾਂ ਜਿਹੜੀ ਸਾਡਾ ਪੋਲੀਟੀਕਲ ਸਿਸਟਮ ਹੈਗਾ ਉਹਦੇ ਵਿੱਚ ਚੰਗੀ ਤਰ੍ਹਾਂ ਨਾਲ ਜਿਹੜਾ ਵਿਵਸਥਿਤ ਰੂਪ ਦੇ ਵਿੱਚ ਜਿਹੜਾ ਹੈ ਇਸ ਨੂੰ ਜਿਹੜਾ ਇਨਸ਼ਰਾਈਨ ਜਿਹੜਾ ਹੈਗਾ ਕੀਤਾ ਗਿਆ ਹੈ। ਠੀਕ ਹੈ ਜੀ। ਸੋ ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਹਰ ਇੱਕ ਰਾਜਨੀਤਿਕ ਪ੍ਰਣਾਲੀ ਹੁੰਦੀ ਹੈ ਉਹਦਾ ਜਿਹੜਾ ਰਾਜਨੀਤਿਕ ਸੱਭਿਆਚਾਰ ਹੈ ਅਲੱਗ-ਅਲੱਗ ਹੁੰਦਾ ਹੈ। ਠੀਕ ਹੈ ਜੀ, ਅਲੱਗ-ਅਲੱਗ ਹੁੰਦਾ, ਡਿਫਰੈਂਟ ਹੁੰਦਾ। ਹੁਣ ਜੇ ਆਪਾਂ ਅੱਗੇ ਗੱਲ ਕਰੀਏ ਅਗਲੀ ਸਲਾਈਡ ਤੇ ਆਪਾਂ ਆਨੇ ਹੁਣ ਅਗਲਾ ਜਿਹੜਾ ਪੁਆਇੰਟ ਹੈ ਆਪਾਂ ਜਿਹੜਾ ਡਿਸਕਸ ਕਰਨਾ ਹੈਗਾ ਵਿਸ਼ੇਸ਼ਤਾਵਾਂ ਦੇ ਵਿੱਚ ਉਹ ਹੈਗਾ ਪੋਲੀਟੀਕਲ ਕਲਚਰ ਇਨਫਲੂਐਂਸਸ ਪੋਲੀਟੀਕਲ ਸਿਸਟਮ। ਹੁਣ ਜਿਹੜਾ ਪੋਲੀਟੀਕਲ ਕਲਚਰ ਹੈਗਾ ਜਿਹੜਾ ਰਾਜਨੀਤਿਕ ਸੱਭਿਆਚਾਰ ਹੈਗਾ ਉਹ ਪੋਲੀਟੀਕਲ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਹੁਣ ਇੱਥੇ ਆਪਾਂ ਅਮਰੀਕਾ ਦੀ ਐਗਜ਼ਾਮਪਲ ਲੈ ਲੈਂਦੇ ਕਿਉਂਕਿ ਹਰ ਵਾਰੀ ਅਸੀਂ ਪਾਕਿਸਤਾਨ ਦੀ ਐਗਜ਼ਾਮਪਲ ਨਹੀਂ ਨਾ ਲੈ ਸਕਦੇ। ਨਾਲੇ ਇੱਕ ਗੱਲ ਹੋਰ ਮੈਂ ਤੁਹਾਨੂੰ ਸਪਸ਼ਟ ਕਰਦਾ, ਉਹ ਤੁਸੀਂ ਜਦੋਂ ਪਹਿਲਾ ਵਾਲਾ ਲੈਕਚਰ ਮੇਰਾ ਸੁਣੋਗੇ ਸਵੇਰ ਵਾਲਾ ਜਿਹੜਾ ਮੈਂ ਲੈਕਚਰ ਤੁਹਾਨੂੰ ਪਾਇਆ ਤਾਂ ਉਹ ਤੋਂ ਗੱਲ ਕਲੀਅਰ ਹੋ ਜਾਊਗੀ। ਇਹ ਚੈਪਟਰ ਅਸੀਂ ਦੋ ਹਿੱਸਿਆਂ 'ਚ ਵੰਡਿਆ ਜਾਂ ਦੋ ਪੱਖਾਂ ਦੇ ਵਿੱਚ ਵੰਡਿਆ। ਪਹਿਲੇ ਪੱਖ ਦੇ ਵਿੱਚ ਅਸੀਂ ਜਿਹੜਾ ਹੈ ਰਾਜਨੀਤਿਕ ਸੱਭਿਆਚਾਰ ਦਾ ਅਰਥ, ਪਰਿਭਾਸ਼ਾਵਾਂ, ਉਹਦੀਆਂ ਕਿਸਮਾਂ, ਉਹ ਸਾਰੀਆਂ ਚੀਜ਼ਾਂ ਆਪਾਂ ਇਹ ਵਾਲਾ ਕੁਐਸਚਨ ਜਿਹੜਾ ਅਸੀਂ ਡਿਸਕਸ ਜਿਹੜਾ ਹੈਗਾ ਕਰਦੇ ਪਏ ਹਾਂ। ਔਰ ਦੂਸਰਾ ਜਿਹੜਾ ਇਸ ਕੁਐਸਚਨ ਦਾ ਇਸ ਚੈਪਟਰ ਦਾ ਪੱਖ ਹੈਗਾ ਉਹ ਹੈਗਾ ਕਿ ਜਿਹੜੇ ਉન્નਤ ਸਮਾਜ ਹੈਗੇ ਆ ਜਾਂ ਜਿਹੜੀਆਂ ਉન્નਤ ਕੰਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਹੈ ਰਾਜਨੀਤਿਕ ਪ੍ਰਕਿਰਿਆ ਨਹੀਂ, ਉਹਨਾਂ ਦੇ ਵਿੱਚ ਰਾਜਨੀਤਿਕ ਸੱਭਿਆਚਾਰ ਕਿੱਦਾਂ ਇਵੋਲਵ ਹੋਇਆ, ਐਵੋਲੂਸ਼ਨ ਵੀ ਦੇਖਣੀ ਆਪਾਂ। ਸੁਣ ਰਹੇ ਜੀ? ਤੁਹਾਨੂੰ ਆਵਾਜ਼ ਕਲੀਅਰ ਆ ਰਹੀ ਹੈ ਹਰਪ੍ਰੀਤ ਤੇ ਰਮਨ? ਹਾਂਜੀ ਸਰ। ਠੀਕ ਹੈ। ਹੁਣ ਐਵੋਲੂਸ਼ਨ ਦੀ ਜਦੋਂ ਗੱਲ ਕਰਦੇ ਆ, ਐਵੋਲੂਸ਼ਨ ਦਾ ਮਤਲਬ ਹੈ ਇਹਦਾ ਇਤਿਹਾਸ, ਕਨਸੈਪਟ ਕਿਸ ਤਰ੍ਹਾਂ ਆਇਆ ਹੈ। ਠੀਕ ਹੈ, ਇਹ ਸਿਧਾਂਤ ਕਿਸ ਤਰ੍ਹਾਂ ਇਹਦੀ ਉਤਪਤੀ ਹੋਈ। ਇਹ ਕਨਸੈਪਟ ਜ਼ਿਆਦਾ ਪੁਰਾਣਾ ਨਹੀਂ ਹੈਗਾ। ਤੁਹਾਨੂੰ ਪਹਿਲਾ ਵਾਲਾ ਚੈਪਟਰ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਸਾਰਿਆਂ ਨੂੰ? ਤੁਲਾਤਮਕ ਰਾਜਨੀਤੀ ਵਾਲਾ ਤਾਂ ਤੁਲਨਾਤਮਕ ਸਰਕਾਰ ਵਾਲਾ? ਹਾਂਜੀ, ਸਮਝ ਆ ਗਿਆ ਤੁਹਾਨੂੰ? ਹਾਂਜੀ ਸਰ। ਆ ਗਿਆ ਹੋਇਆ। ਉਹਦੇ ਚ
ਦੋਨਾਂ 'ਚ ਸੂਖਸ਼ਮ ਫਰਕ ਕੀ ਹੈ? ਮੈਂ ਜਿਹੜਾ ਪਹਿਲਾ ਲੈਕਚਰ ਵਰਚੁਅਲ ਲੈਕਚਰ ਅੱਜ ਸਵੇਰੇ ਦਿੱਤਾ ਉਹਦੇ 'ਚ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਉੱਥੋਂ ਉਹਨੂੰ ਸੁਣ ਲਈਓ ਧਿਆਨ ਨਾਲ, ਉੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ। ਅਗਰ ਤੁਹਾਨੂੰ ਕੋਈ ਡਾਊਟ ਹੈਗਾ ਹੈ ਉਸ ਚੈਪਟਰ ਦੇ ਸੰਬੰਧ ਦੇ ਵਿੱਚ, ਮੈਂ ਬਹੁਤ ਜਿਹੜਾ ਬਰੀਕੀ ਨਾਲ ਮਤਲਬ ਕਿ ਥੋੜੇ ਸ਼ਬਦਾਂ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਦੱਸਿਆ ਹੋਇਆ। ਠੀਕ ਹੈ ਸਰ। ਠੀਕ ਹੈ, ਉਹਨੂੰ ਦੇਖ ਲਿਓ ਪਹਿਲੇ ਲੈਕਚਰ ਨੂੰ। ਸੋ ਇਹ ਅੱਜ ਦਾ ਰਾਜਨੀਤਿਕ ਸੱਭਿਆਚਾਰ ਉੱਤੇ ਦੂਸਰਾ ਲੈਕਚਰ ਹੈ ਤੁਹਾਡਾ। ਇਹ ਮੈਂ ਤੁਹਾਨੂੰ 3-4 ਟੌਪਿਕਸ ਦੇ ਵਿੱਚ 3-4 ਲੈਕਚਰਸ ਦੇ ਵਿੱਚ ਖਤਮ ਕਰਾਣਾ ਟੌਪਿਕ, ਕਿਉਂਕਿ 30 ਤੱਕ ਮੈਂ ਸਿਲੇਬਸ ਖਤਮ ਕਰਾਣਾ ਸਾਰਾ। ਅੱਛਾ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨਾ ਚਾਹੁੰਦਾ ਸੀਗਾ ਕਿ ਇੱਕ ਮੈਂ ਤੁਹਾਨੂੰ ਕੁਝ ਵੀਡੀਓਜ਼ ਪਾਉਂਗਾ, 7 ਵੀਡੀਓਜ਼ ਪਾਉਂਗਾ ਮੈਂ ਤੁਹਾਨੂੰ। ਹਾਂਜੀ। ਕਿਹੜੇ ਟੌਪਿਕ ਉੱਤੇ? ਉੱਤਰ ਆਧੁਨਿਕਤਾ ਉੱਤੇ, ਪੋਸਟ ਮਾਡਰਨਿਜ਼ਮ ਉੱਤੇ। ਇਹ ਟੌਪਿਕ ਜਿਹੜਾ ਹੈਗਾ ਐਮਏ 4th ਸਮੈਸਟਰ 'ਚ ਜਿਹੜਾ ਮੈਂ ਪੇਪਰ ਪੜ੍ਹਾ ਰਿਹਾ ਉਹਦੇ ਵਿੱਚ ਵੀ ਹੈਗਾ। ਇਹ ਮੈਂ ਉਹਨਾਂ ਨੂੰ ਆਲਰੇਡੀ ਕਰਾ ਚੁੱਕਾ ਹਾਂ ਟੌਪਿਕ। ਸੋ ਇਹ ਜਿਹੜਾ ਤੁਹਾਡਾ ਟੌਪਿਕ ਹੈਗਾ, ਧਿਆਨ ਨਾਲ ਸੁਣੋ ਇਹਨੂੰ। ਇਹ ਜਿਹੜਾ ਤੁਹਾਡਾ ਟੌਪਿਕ ਹੈ ਯੂਨਿਟ 2 ਦੇ ਵਿੱਚ ਹੈ, ਸੈਕੰਡ ਯੂਨਿਟ ਦੇ ਵਿੱਚ ਹੈ। ਸੋ ਉਹ ਜਿਹੜਾ ਟੌਪਿਕ ਹੈਗਾ ਆਪਾਂ ਜਿਹੜੇ ਲਾਈਵ ਕਲਾਸ ਹੈ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਦੂੰਗਾ ਸਾਰਾ, ਤੇ ਉਹ ਬਾਕੀ ਤੁਸੀਂ ਉਹ ਵੀਡੀਓਜ਼ ਜਿਹੜੇ ਆ ਉਹ ਦੇਖ ਲਈਓ। ਠੀਕ ਹੈ ਜੀ। ਸੋ ਫਿਰ ਉਹ ਜਿਹੜਾ ਸਾਡਾ ਟੌਪਿਕ ਹੈਗਾ ਉਹ ਇੱਕੋ ਲੈਕਚਰ 'ਚ ਸਾਡਾ ਖਤਮ ਹੋ ਜਾਏਗਾ ਜਾਂ 2 'ਚ ਹੋ ਜਾਊਗਾ ਜ਼ਿਆਦਾ। ਨਹੀਂ ਤਾਂ ਅਦਰਵਾਈਜ਼ ਉਹਦੇ ਉੱਤੇ ਮੈਂ 8 ਲੈਕਚਰ 9 ਲੈਕਚਰਸ ਦੇ ਵਿੱਚ ਉਹ ਟੌਪਿਕ ਖਤਮ ਕਰਾਇਆ ਐਮਏ 4th ਸਮੈਸਟਰ ਨੂੰ। ਠੀਕ ਹੈ ਜੀ। ਠੀਕ ਹੈ ਸਰ ਉਹ ਮੈਂ ਤੁਹਾਨੂੰ ਵੀਡੀਓਜ਼ ਭੇਜ ਦੂੰਗਾ, ਪਲੱਸ ਜਿਹੜੇ ਮੈਂ ਉਹਨਾਂ ਨੂੰ ਨੋਟਸ ਭੇਜੇ ਆ ਉਹ ਤੁਹਾਨੂੰ ਨੋਟਸ ਮੈਂ ਭੇਜ ਦੂੰਗਾ। ਸਾਰੇ ਬੱਚਿਆਂ ਨੇ ਆਪਣੇ ਈਮੇਲ ਆਈਡੀਜ਼ ਮੈਂ ਕੱਲ ਕਿਹਾ ਸੀ ਤੁਹਾਨੂੰ ਦੇਣ ਵਾਸਤੇ, ਦੇ ਦਿੱਤੇ? ਹਾਂਜੀ ਸਰ। ਭੇਜਤੇ ਆ, ਚਲੋ ਠੀਕ ਹੈ, ਮੈਂ ਭੇਜ ਦਾਂਗਾ ਤੁਹਾਨੂੰ। ਮੈਂ ਮਟੀਰੀਅਲ ਹਲੇ ਇਕੱਠਾ ਕਰ ਰਿਹਾ ਤਾਂ ਤੁਹਾਨੂੰ ਮੈਂ ਇਸ ਹਫਤੇ ਦੇ ਅੰਦਰ ਅੰਦਰ ਕਾਫੀ ਕੁਝ ਜਿਹੜਾ ਹੈ ਭੇਜ ਦੇਣਾ। ਔਰ ਕਾਫੀ ਤੁਹਾਡੇ ਟੌਪਿਕਸ ਜਿਹੜੇ ਹੈਗੇ ਆ, ਜਿਹੜੇ ਤੁਹਾਡੇ ਟੌਪਿਕਸ ਕਿਤਾਬਾਂ ਦੇ ਵਿੱਚ ਹੈਗੇ ਉਹ ਨਹੀਂ ਤੁਸੀਂ ਕਰਨੇ, ਸਿਰਫ ਉਹ ਟੌਪਿਕਸ ਭੇਜੂਗਾ ਜਿਹੜੇ ਕਿ ਜਰਨਲ ਨੇ। ਠੀਕ ਹੈ ਜੀ। ਹੁਣ ਕੱਲ ਤੋਂ ਅਸੀਂ ਟੌਪਿਕ ਦੇ ਨਾਲ ਨਾਲ ਜਿਹੜਾ ਹੈ ਥੋੜੇ ਜਿਹੜੇ ਗੈਸਟ ਪੇਪਰ ਦੇ ਵਿੱਚ ਕੁਐਸਚਨ ਆਏ ਹੋਏ ਉਹ ਵੀ ਡਿਸਕਸ ਜਿਹੜਾ ਹੈ ਆਪਾਂ ਕਰਾਂਗੇ। ਸੋ ਸਾਰੇ ਬੱਚਿਆਂ ਨੂੰ ਮੋਟੀਵੇਟ ਕਰੋ ਕਿ ਉਹ ਕਲਾਸ ਲਾਣ, ਅਦਰਵਾਈਜ਼ ਉਹਨਾਂ ਨੂੰ ਕੁਝ ਨਹੀਂ ਪੱਲੇ ਪੈਣਾ। ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਹੈਗਾ। ਜੇ ਮੈਂ ਤੁਹਾਨੂੰ ਡਾਂਟ ਰਿਹਾ ਮੈਂ ਤੁਹਾਡੇ ਭਲੇ ਵਾਸਤੇ ਡਾਂਟ ਰਿਹਾ ਤੁਹਾਨੂੰ, ਮੈਂ ਉਸ ਗੱਲ ਤੋਂ ਨਹੀਂ ਡਾਂਟ ਰਿਹਾ। ਅੱਛਾ, ਹੁਣ ਅਗਲੇ ਪੁਆਇੰਟ ਤੇ ਚੱਲੀਏ ਕਿ ਪੋਲੀਟੀਕਲ ਕਲਚਰ ਹੈਜ਼ ਓਨ ਇਟਸ ਸਿਵਿਕ ਸਬ ਕਲਚਰਸ। ਹੁਣ ਜਦੋਂ ਅਸੀਂ ਇੱਥੇ ਮਾੜਾ ਜਿਹਾ ਬੋਰਡ ਵੱਲ ਦੇਖੋ ਤੁਸੀਂ, ਹੁਣ ਇੱਕ ਤਾਂ ਹੋ ਗਿਆ ਮੈਂ ਵੱਡਾ ਵੱਡਾ ਲਿਖ ਰਿਹਾ, ਤੁਹਾਨੂੰ ਦਿਖ ਰਿਹਾ ਮੈਨੂੰ ਦੱਸਿਓ। ਇਹ ਆ ਦਿਖ ਰਿਹਾ ਤੁਹਾਨੂੰ ਵਰਡ? ਹਾਂਜੀ ਸਰ। ਇਸ ਤੋਂ ਵੱਡਾ ਲਿਖਾਂ ਕਿ ਇੰਨਾ ਸਾਈਜ਼ ਠੀਕ ਹੈਗਾ? ਸਰ ਠੀਕ ਹੈ। ਠੀਕ ਹੈ ਜੀ, ਚਲੋ ਠੀਕ ਹੈ। ਇਹ ਕਲਚਰ ਹੋ ਗਿਆ ਜੀ। ਠੀਕ ਹੈ ਸਰ। ਹਰਪ੍ਰੀਤ ਆਪਾਂ ਸੱਭਿਆਚਾਰ ਕਿਹਨੂੰ ਕਹਿੰਦੇ ਆ? ਇਹਨੂੰ ਕਲਚਰ ਨੂੰ ਕਿੱਦਾਂ ਡਿਫਾਈਨ ਕਰਦੇ ਆ ਆਪਾਂ? ਕਲਚਰ ਨੂੰ ਆਪਾਂ ਕਿੱਦਾਂ ਪਰਿਭਾਸ਼ਿਤ ਕਰਦੇ ਆ ਜਾਂ ਡਿਫਾਈਨ ਕਰਦੇ ਆ? ਹਾਂਜੀ ਹਰਪ੍ਰੀਤ ਦੱਸੋ ਮੈਨੂੰ। ਤੁਸੀਂ ਪੰਜਾਬੀ ਲਿਟਰੇਚਰ ਪੜ੍ਹਿਆ? ਇਲੈਕਟਿਵ ਪੰਜਾਬੀ ਪੜ੍ਹੀ ਤੁਸੀਂ ਬੀਏ 'ਚ? ਨਹੀਂ ਸਰ। ਨਹੀਂ ਪੜ੍ਹੀ? ਸਰ ਕੋਈ ਵੀ ਨਹੀਂ। ਕੋਈ ਵੀ ਲਿਟਰੇਚਰ ਨਹੀਂ ਪੜ੍ਹਿਆ? ਕੋਈ ਵੀ ਮਤਲਬ ਕਿ ਸਾਹਿਤ ਨਹੀਂ ਪੜ੍ਹਿਆ? ਨਾ ਇੰਗਲਿਸ਼ ਲਿਟਰੇਚਰ, ਨਾ ਪੰਜਾਬੀ ਲਿਟਰੇਚਰ, ਨਾ ਹਿੰਦੀ ਲਿਟਰੇਚਰ, ਕੋਈ ਵੀ ਨਹੀਂ ਪੜ੍ਹਿਆ? ਹੁਣ ਮੈਂ ਪਹਿਲਾਂ ਵੀ ਦੱਸਿਆ, ਜਿੱਦਾਂ ਮੈਨੂੰ ਰਮਨ ਨੇ ਦੱਸਿਆ ਸੀਗਾ ਕਿ ਕਲਚਰ ਦਾ ਸੰਬੰਧ ਕਿਹਦੇ ਕਿਹਦੇ ਨਾਲ ਹੁੰਦਾ, ਕਿਹੜੀ ਕਿਹੜੀਆਂ ਚੀਜ਼ਾਂ ਦੇ ਨਾਲ? ਹਾਂਜੀ ਜਿਹੜੀਆਂ ਅਲੱਗ-ਅਲੱਗ ਹੁੰਦੀਆਂ, ਅਲੱਗ-ਅਲੱਗ ਭਾਸ਼ਾ ਬੋਲਦੇ ਆਪਾਂ ਹਾਂ, ਕਲਚਰ ਅਲੱਗ-ਅਲੱਗ ਹੁੰਦਾ। ਮਤਲਬ ਹੁਣ ਕਲਚਰ ਕਿਹਦਾ ਹੋ ਸਕਦਾ ਹੈ? ਗਰੁੱਪ ਦਾ ਹੋ ਸਕਦਾ। ਪਹਿਲੇ ਤੁਹਾਨੂੰ ਪਤਾ ਹੋਣਾ ਕਲਚਰ ਕਿਹਦਾ ਹੋ ਸਕਦਾ? ਗਰੁੱਪ ਦਾ ਹੋ ਸਕਦਾ ਹੈ। ਗਰੁੱਪ ਮਤਲਬ ਹੋ ਗਿਆ ਸਮੂਹ। ਗਰੁੱਪ ਦਾ ਹੋ ਸਕਦਾ ਹੈ, ਕੰਟਰੀ ਦਾ ਹੋ ਸਕਦਾ ਹੈ, ਹਾਂਜੀ ਸਰ। ਠੀਕ ਹੈ, ਦੇਸ਼ ਦਾ ਹੋ ਸਕਦਾ ਹੈ, ਪ੍ਰਾਂਤ ਦਾ ਹੋ ਸਕਦਾ, ਜਿੱਦਾਂ ਪੰਜਾਬ ਦੀ ਗੱਲ ਕਰ ਲਈਏ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਪੰਜਾਬ ਜਿਹੜਾ ਸਾਡੇ ਦੇਸ਼ ਦੇ ਵਿੱਚ ਪ੍ਰਾਂਤ ਹੈ ਔਰ ਜਿਹੜਾ ਮਹਾਰਾਸ਼ਟਰ ਹੈ ਉਹਨਾਂ ਦਾ ਸੱਭਿਆਚਾਰ ਆਪਸ 'ਚ ਮਿਲਦਾ ਹੈ? ਆਪਸ 'ਚ ਮਿਲਦਾ ਹੈ ਜਾਂ ਨਹੀਂ ਮਿਲਦਾ ਨਾ? ਸੋ ਇਹਦਾ ਮਤਲਬ ਇਹ ਹੈ ਕਿ ਜਿੱਦਾਂ ਸੱਭਿਆਚਾਰਾਂ ਦੇ ਵਿੱਚ ਜਿਹੜਾ ਹੈ ਅੰਤਰ ਹੁੰਦੇ ਹੈ ਅਲੱਗ-ਅਲੱਗ ਸੱਭਿਆਚਾਰਾਂ 'ਚ, ਉਸੇ ਤਰ੍ਹਾਂ ਜਿਹੜਾ ਹੈ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਵੀ ਜਿਹੜਾ ਹੈ ਅੰਤਰ ਜਿਹੜਾ ਹੈ ਹੁੰਦਾ ਹੈ। ਠੀਕ ਹੈ ਜੀ। ਹਾਂਜੀ ਸਰ। ਸੋ ਇਹ ਹੋ ਗਈ ਕਲਚਰ। ਹੁਣ ਕਲਚਰ ਦਾ ਅੱਗੇ ਜਿਹੜਾ ਹੈ ਸਬ ਕਲਚਰਸ ਵੀ ਹੁੰਦੇ, ਸਬ ਕਲਚਰਸ ਵੀ ਹੁੰਦੇ।
सब कल्चर का मतलब हो गया ते किस्मां, काइंड्स। ठीक है, जिदा पोलिटिकल कल्चर, ठीक है जी, फिर हाँ जी सर। इकोनॉमिक कल्चर, फिर सिविक कल्चर। ये सारा असी करना है, बाद च करांगे डिटेल च। सो इस तरह क्यों, ये पिछे कारण की है? क्योंकि जो असी मनुख की गल करी दी है या मनुख दी मंगां की गल करी दी है या मनुख दी रुचियां की गल करी दी है, तो मनुख दी रुचियां जिहड़ियां है इक्को जिहियां नहीं होंदियां। एक मनुख दी रुचियां दूजे मनुख दे नाल नहीं मिलदियां। ठीक है, एक मनुख के राजनीतिक विचार दूजे नाल नहीं मिलते, एक मनुख के धार्मिक विचार जिहड़े दूजे मनुख नाल नहीं मिलते, एक मनुख के विचार जिहड़े है मतलब सोसाइटी दे विच हर मनुख के विचार। सो कहने का मतलब ये है, इस आधार ते जिहड़े मनुख के जिहड़े इंटरस्ट हुंदे आ वो अलग अलग हुंदे आ। इंटरस्ट जिहड़े हुंदे आ अलग अलग हुंदे आ। ठीक है जी। सो इंटरस्ट हाँ अलग जी अलग सर। होने के करके जिहड़ा है पोलिटिकल कल्चर च जो आपां गल करी दी है तो उहदे सब कल्चर की गल हुंदी है। ठीक है, फिर अगला पॉइंट हैगा आ वाला, तीसरा पॉइंट इत्थे, दिस कंसैप्ट इज सबजैक्टिव इन नेचर। सबजैक्टिव किद्दां है, विस्तारपूर्ण किद्दां है? विस्तारपूर्ण इस तरह है कि जो असी राजनीतिक सभ्याचार की गल करते, बहुत वड्डा कंसैप्ट है, छोटा जिहा सिद्धांत नहीं हैगा। ठीक है, हुण जिहड़ा सैकेंड पार्ट है उहदे विच असी पोलिटिकल कल्चर दे विच एक देश के राजनीतिक सभ्याचार च और दूसरे देश के राजनीतिक सभ्याचार दे विच जिहड़े डिफरेंसिस हुंदे आ उन्हां बारे भी गल करांगे। उन्हां बारे भी असी जिहड़ा है गल करांगे कल। ठीक है जी, कल मतलब कि बाद वाले पोर्शन दे विच जो बाद च ये टॉपिक जिहड़ा है डिस्कस करना है। सो कल नूं जिहड़ा हैगा ये वाला पोर्शन अपना सारा जिहड़ा है खत्म हो जाऊगा। मतलब फीचर्स तक तो हो गया, उस तो बाद काइंड्स करांगे कल। कल जिहड़ा मैं तुहानूं वर्चुअल लैक्चर पाऊंगा वो काइंड्स से पाऊंगा, मतलब किस्मां ते पाऊंगा। ठीक है सर। ठीक है, उस तो बाद जिहड़े कल लाइव क्लास लगूगी तुहाडी 11:30 बजे, कल भी क्लास 11:30 बजे ही लगूगी तुहाडी। ये परमानेंट टाइम है सैट। ठीक है। ਤੇ ਮੈਂ ਤੁਹਾਨੂੰ ਰੋਜ਼ ਲਿੰਕ ठीक ਨਹੀਂ है हाँ ਪਾਣਾ, जी। ਤੁਹਾਨੂੰ ਲਿੰਕ ਆ ਚੁੱਕਾ ਹੈ, ਉਸ ਲਿੰਕ ਨਾਲ ਹੀ ਜੁਆਇਨ ਕਰ ਲਿਓ, ਉਹ ਕਲਾਸ ਤੁਹਾਡੀ हाँ ਜੁਆਇਨ ठीक है हाँ जी। ਠੀਕ ਹੈ ਸਾਰਿਆਂ ਨੂੰ। ਅੱਛਾ ਰਮਨ, ਤੂੰ ਇੱਕ हाँ जी। ਗੱਲ ਕਰਨੀ ਹੈ, ਤੂੰ ਕੋਈ ਵੀ हाँ जी ਮੈਸੇਜ ਹੈ सर। ਮੈਂ ਤੈਨੂੰ ਕਹੂੰਗਾ ਤੂੰ ਮੈਸੇਜ ਪਾਣਾ ਤਾਂ ਮੈਨੂੰ ਜਿਹੜੀ ਹੈ ਆਪਣੇ ਅਟੈਂਡੈਂਸ ਵੀ ਅਪਡੇਟ ਕਰਨੀ ਹੈ ਰੋਜ਼ ਦੀ। ਹੁਣ ਅੱਜ ਤੁਸੀਂ 2 ठीक ਜਣਿਆਂ है। ਨੇ ਲਾਈਵ ਕਲਾਸ ਲਾਈ ਹੈ, हाँ जी। हाँ जी सर। ਪਲੱਸ ਜਿਹੜੇ ਬੱਚੇ ਵੀਡੀਓ ਦੇਖਣਗੇ ਅੱਜ हाँ जी। ਕਲਾਸ, ਤੁਹਾਡੀ 2 ਜਣਿਆਂ ਦੀ ਅਟੈਂਡੈਂਸ ਆ ਗਈ, ਮੈਨੂੰ ਸਮਝ ਲਓ। ਠੀਕ ਹੈ ਜੀ, ਤੁਸੀਂ ਕਲਾਸ ਲਾ ਲਈ हाँ ਪਲੱਸ ਤੁਸੀਂ ਵੀਡੀਓ ਦੇਖ ਲਓਗੇ। ਠੀਕ ਹੈ, ਤੁਹਾਡੀ ਅਟੈਂਡੈਂਸ ਆ ਗਈ। ਹੁਣ ਤੁਸੀਂ ਜਦੋਂ ਅਟੈਂਡੈਂਸ ਮੈਨੂੰ ਪਾਣੀ ਹੈ ਅਲੱਗ-ਅਲੱਗ ਪਾਣੀ ਹੈ ਕਿ ਲਾਈਵ ਕਲਾਸ ਕਿੰਨੇ ਬੱਚਿਆਂ ਨੇ ਲਾਈ। ਜਿੱਦਾਂ ਤੁਸੀਂ ਲਾਈਵ ਕਲਾਸ ਲਾਈ 2 ਬੱਚਿਆਂ ਨੇ, ਰਮਨ ਨੇ ਤਾਂ ਹਰਪ੍ਰੀਤ ਨੇ। ਠੀਕ हाँ ਹੈ, जी। हाँ जी। ਬਾਕੀਆਂ ਨੇ ਜਿਨ੍ਹਾਂ ਨੇ ਵੀਡੀਓ ਲੈਕਚਰ ਲਿਖਿਆ ਉਹਨਾਂ ਨੇ ਡੇਟ ਪਾ ਕੇ ਥੱਲੇ ਹੈਡਿੰਗ ਬਣਾ ਲੈਣੇ 2, ਪਹਿਲੇ ਲਿਖ ਦੇਣਾ ਲਾਈਵ ਕਲਾਸ, ਲਾਈਵ ਕਲਾਸ ਦੇ ਥੱਲੇ 2 ਰੋਲ ਨੰਬਰ ਲਿਖ ਦੇਣੇ, ਆਪਣਾ ਆਪਣਾ ਲਿਖਦੀ ਤਾਂ ਹਰਪ੍ਰੀਤ ਦਾ ਲਿਖਦੀ। ਠੀਕ ਹੈ, ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਹੈਗਾ ਉਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਉਹਦੇ ਵਿੱਚ ਜ਼ੂਮ ਕਲਾਸ ਜਿਹੜਾ ਵਰਚੁਅਲ ਕਲਾਸ ਵੀਡੀਓ ਕਿਹੜੇ ਕਿਹੜੇ ਬੱਚਿਆਂ ਨੇ ਲਾਇਆ, ਕਿਹੜੇ ਕਿਹੜੇ ਬੱਚਿਆਂ ਨੇ ਦੇਖਿਆ, ਉਹ ਤੁਸੀਂ ਹਾਜ਼ਰੀ ਇਦਾਂ ਨਹੀਂ ਲਾਣੀ। ਤੁਸੀਂ ਜਿਹੜਾ ਕਮੈਂਟ ਸੈਕਸ਼ਨ ਹੈ ਉਹਦੇ ਵਿੱਚ ਜਾਣਾ, ਜਿਹੜੇ ਬੱਚਿਆਂ ਨੇ ਕਮੈਂਟ हाँ जी। ਦਿੱਤਾ ਹੋਊਗਾ ਜਾਂ ਵਿਊ ਕੀਤਾ ਹੋਊਗਾ ਉਹਨਾਂ ਬੱਚਿਆਂ ਦੀ ਅਟੈਂਡੈਂਸ ਲਾਣੀ, ਬਾਕੀਆਂ ਦੀ ਨਹੀਂ ਲਾਣੀ। ਬਾਕੀਆਂ ਨੂੰ ਕਹਿ ਵੀ ਦਈਓ ਚਾਹੇ ਫੋਨ ਕਰਕੇ, ਜਿੱਦਾਂ ਵੀ ਤੁਸੀਂ ਦੱਸੋ ਕਿ ਮਤਲਬ हाँ जी। हाँ ਇਹ जी। ਮੁੰਡਿਆਂ ਨੇ ਤਾਂ ਡਰਾਮਾ ਹੀ ਫੜਿਆ, ਕਦੇ ਵੀ ਕਲਾਸ ਨਹੀਂ ਲਾਉਂਦੇ ਹੋ। हाँ जी सर। ਠੀਕ ਹੈ ਜੀ, ਕਦੇ ਵੀ ਜਿਹੜਾ ਹੈ ਕਲਾਸ ਨਹੀਂ ਲਾਉਂਦੇ। ਅਰੁਣਾ ਨੇ ਵੀ ਜੁਆਇਨ ਕਰ ਲਈ ਹੈਗੀ ਹੈ ਕਲਾਸ, ਤੇ ਅਰੁਣਾ ਦੀ ਹੋਰ, ਅਰੁਣਾ ਤੇਰੀ ਕਲਾਸ ਲੱਗਦੀ ਹੋਰ ਕੋਈ ਪਹਿਲਾਂ? ਹਲੇ ਕਨੈਕਟ ਹੋ ਰਿਹਾ ਇਹਦਾ ਵੀਡੀਓ। ਅੱਛਾ, ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈਗਾ ਹੈ, ਸਬਜੈਕਟਿਵ ਵਾਲਾ ਪੁਆਇੰਟ ਹੋ ਗਿਆ ਆਪਣਾ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਇਟ ਇਜ਼ ਲਾਰਜਰ ਦੈਨ ਕਨਸਟੀਟਿਊਸ਼ਨਲ ਸਟਰਕਚਰਸ। ਹੁਣ ਤੁਹਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਹੈ ਕਿ ਸੰਵਿਧਾਨਿਕ ਢਾਂਚੇ ਕਿਹੜੇ ਕਿਹੜੇ ਹੈ। ਸੰਵਿਧਾਨਿਕ ਢਾਂਚੇ ਕਿਹੜੇ ਕਿਹੜੇ ਹੈ? ਅੱਜ ਤਾਂ ਮੈਂ ਅਲਾਓ ਕਰ ਦਿੱਤਾ ਹੈਗਾ, ਜਿਹੜੇ ਬੱਚੇ ਲੇਟ ਆਏ ਕੱਲ ਤੋਂ ਲੇਟ ਕਲਾਸ ਨਾ ਲਈਓ ਕਿਉਂਕਿ ਆਪਣੇ ਕੋਲ ਟਾਈਮ ਥੋੜਾ ਆ। ਸੋ ਕੱਲ ਤੋਂ ਲੇਟ ਕਲਾਸ ਨਾ ਲਈਓ। ਤੁਸੀਂ ਤਾਂ ਜੁਆਇਨ ਕੀਤੀ ਟਾਈਮ ਸਿਰ। ਜਿਹੜੇ ਬੱਚਿਆਂ ਨੇ ਆ ਹੁਣ ਅਰੁਣਾ ਨੇ ਲੇਟ ਜੁਆਇਨ ਕੀਤੀ ਹੈ, ਜਿੱਦਾਂ ਅਰੁਣਾ ਮੇਰੀ ਆਵਾਜ਼ ਆ ਰਹੀ ਤੁਹਾਨੂੰ?
अरुणा आवाज आ रही है? अरुणा आवाज आ रही मेरी? नहीं आ रही, रेंज की प्रॉब्लम है फिर ਤੁਹਾਡੇ एंड से। अच्छा रमन, मैं दस रहा ਸੀਗਾ कि ਹਾਂਜੀ ਸਰ। संविधानिक ढांचਿਆਂ ਦੀ ਗੱਲ ਦੱਸਣ ਲੱਗਾ ਸੀ। ਹਾਂਜੀ ਸਰ। आ दिख रहा ਤੁਹਾਨੂੰ मैं ਜਿਹੜਾ लिख रहा मोटा मोटा लिख रहा मैं, दिख रहा ਤੁਹਾਨੂੰ कि इस तो मोटा लिखा? रमन दिख रहा ਤੁਹਾਨੂੰ? हाँ मेरी उंगली दिख रही ਤੁਹਾਨੂੰ? चलो ठीक है, कॉन्स्टिट्यूशनल स्ट्रक्चर की गल कर लें, संविधानिक ढांचों की गल कर लें। दो तरह के संविधानिक ढांचे होंगे, एक नूं आपां कहने कॉन्स्टिट्यूशनल स्ट्रक्चर्स, ठीक है, एक नूं कहने एक्स्ट्रा कॉन्स्टिट्यूशनल। एक्स्ट्रा कॉन्स्टिट्यूशनल, ठीक है। हुण कॉन्स्टिट्यूशनल स्ट्रक्चर किहड़े होणगे? जिद्दां विधान पालिका, कार्यपालिका ते न्यायपालिका, इन्हां नूं असीं संविधानिक ढांचे कहने हैं। इन्हां नूं असीं रस्मी ढांचे भी कहने हैं। ते गैर रस्मी च किहड़े किहड़ियां चीज़ां आंदियां? राजनीतिक दल आ जांदे आ, हित समूह आ जांदे आ, दबाव समूह आ जांदे आ, मल्टीनैशनल कॉरपोरेशन आ जांदियां, ठीक है जी। उस तो बाद जिहड़ा हैगा ਜਿਹੜੀਆਂ गैर सरकारी संस्थावां ਹੁੰਦੀਆਂ ਉਹ ਵੀ ਆ ਜਾਂਦੀਆਂ। ਇਹਨਾਂ ਸਾਰਿਆਂ ਨੂੰ ਐਕਸਟਰਾ ਕਨਸਟੀਟਿਊਸ਼ਨਲ ਕਹਿੰਦੇ ਆ। ਸੋ ਉਹ ਕੀ ਕਹਿਣਾ ਚਾਹੁੰਦਾ ਹੈ ਇੱਥੇ? ਆਲਮੰਡ ਤੇ ਪਾਵਲ ਇਹ ਕਹਿਣਾ ਚਾਹੁੰਦੇ ਆ, ਜਾਂ ਬਾਕੀ ਵਿਚਾਰਕ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਰਾਜਨੀਤਿਕ ਸੱਭਿਆਚਾਰ ਦਾ ਜਿਹੜਾ ਕਨਸੈਪਟ ਹੈ ਜਾਂ ਸਿਧਾਂਤ ਹੈ, ਉਹ ਸੰਵਿਧਾਨਿਕ ਢਾਂਚਿਆਂ ਤੋਂ ਉੱਪਰ ਹੈ। ਜਦੋਂ ਅਸੀਂ ਇਹਦਾ ਅਧਿਐਨ ਕਰਨਾ ਹੈ, ਜਦੋਂ ਅਸੀਂ ਇਹਦੀ ਵਿਵੇਚਨਾ ਕਰਨੀ ਹੈ, ਜਦੋਂ ਅਸੀਂ ਇਹਦਾ ਐਨਾਲਿਸਿਸ ਕਰਨਾ ਹੈ, ਉਸ ਵੇਲੇ ਸਾਨੂੰ ਇਸ ਮੱਦੇ ਨਜ਼ਰ ਤੋਂ ਵੀ ਅਧਿਐਨ ਕਰਨਾ ਪਊਗਾ। ਮਤਲਬ ਜਿਹੜੇ ਗੈਰ ਸੰਵਿਧਾਨਿਕ ਢਾਂਚੇ ਹੈ, ਉਸ ਪੱਖ ਤੋਂ ਵੀ ਜਿਹੜਾ ਹੈ ਇਹਦਾ ਅਧਿਐਨ ਕਰਨਾ ਪਊਗਾ, ਜਦੋਂ ਆਪਾਂ ਇਹਦਾ ਗਹਿਣ ਅਧਿਐਨ ਕਰਨਾ ਹੈ ਜਾਂ ਇਹਦਾ ਐਨਾਲਿਸਿਸ ਜਦੋਂ ਕਰਨਾ ਹੈਗਾ, ਠੀਕ ਹੈ ਜੀ। ਫਿਰ ਜਿਹੜਾ ਲਾਸਟ ਇਹਦੇ ਆ ਸਲਾਈਡ 'ਚ ਪੁਆਇੰਟ ਹੈਗਾ ਉਹ ਹੈਗਾ ਇਟ ਇਜ਼ ਏ डायनेमिक कंसेप्ट। डायनेमिक कंसेप्ट, डायनेमिक मतलब ਹੁੰਦਾ ਹੈ, ਪਤਾ ਕਿਸੇ ਨੂੰ डायनेमिक ਦਾ मतलब? ਰਮਨ ਪਤਾ ਤੁਹਾਨੂੰ मतलब डायनेमिक ਦਾ ਕੀ ਹੁੰਦਾ? ਸਰ ਨਹੀਂ। डायनेमिक मतलब ਹੁੰਦਾ ਜਿਹੜਾ ਸਮੇਂ ਅਤੇ ਪਰਿਸਥਿਤੀਆਂ ਅਨੁਸਾਰ ਜਿਹੜੀ ਚੀਜ਼ ਚੇਂਜ ਹੁੰਦੀ ਆ, ਪਰਿਵਰਤਨ ਆਂਦਾ ਹੈ, ਉਹਨੂੰ ਅਸੀਂ ਜਿਹੜਾ ਹੈ डायनेमिक ਕਹਿੰਦੇ ਹਾਂ, ਉਹਨੂੰ ਅਸੀਂ डायनेमिक ਕਹਿੰਦੇ ਹਾਂ। ਸੋ ਜਿਹੜਾ ਰਾਜਨੀਤਿਕ ਸੱਭਿਆਚਾਰ ਦਾ ਜਿਹੜਾ ਸਿਧਾਂਤ ਹੈ ਉਹ डायनेमिक है, वो चेंजिंग है, उस ते स्टैटिक नहीं है। स्टैटिक का मतलब होता है स्थिर, स्थिर नहीं है वो। अगर किसी पोलिटिकल सिस्टम दे विच या उस पोलिटिकल सिस्टम दे विच आर्थिक प्रणाली च या समाजिक प्रणाली च या धार्मिक प्रणाली च कोई परिवर्तन आएगा, उहदा असर जिहड़ा राजनीतिक प्रणाली उत्ते भी पऊगा। सो उस कारण जिहड़ी राजनीतिक प्रणाली उत्ते असर पऊगा, ਉਹਦਾ ਜਿਹੜਾ ਅਧਿਐਨ ਹੈ ਉਹ ਵੀ ਅਸੀਂ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਕਰਾਂਗੇ। ਜੋ ਵੀ ਅਸਰ ਪਿਆ, ਜੋ ਵੀ ਪ੍ਰਭਾਵ ਪਿਆ, ਜੋ ਵੀ ਜਿਹੜੀ ਸਥਿਤੀ ਹੈ ਖਰਾਬ ਹੋਈ, ਤਾਂ ਉਹ ਸਥਿਤੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਹੈ ਇਹਨੂੰ ਇੱਕ ਜਿਹੜਾ ਹੈ ਪਰਿਵਰਤਨਯੋਗ ਜਿਹੜਾ ਹੈ ਸਿਧਾਂਤ ਜਿਹੜਾ ਹੈ ਮੰਨਦੇ ਹਾਂ। ਸੋ ਠੀਕ ਹੈ ਜੀ, ਅੱਜ ਦੇ ਸਾਰਿਆਂ ਨੂੰ ਸਮਝ ਲੱਗ ਗਈ? ਅਗਰ ਕੋਈ ਚੀਜ਼ ਪੁੱਛਣੀ ਪੁੱਛ ਲਓ, ਤਾਂ ਮੈਂ ਨਹੀਂ ਤਾਂ ਲੈਕਚਰ ਆਪਣਾ ਖਤਮ ਕਰਨ ਲੱਗਾ। रमन, हरप्रीत, अरुणा, अगर कुछ पूछना है तो पूछ सकते हो तुसीं। अगर कोई चीज़ लैक्चर से समझ नहीं लगी तुहानूं, मैं बाकी ਇਹਦੀ ਰਿਕਾਰਡਿੰਗ ਤੁਹਾਨੂੰ ਜਿਹੜੀ ਅੱਜ ਪਾ ਦੂੰਗਾ, ਹੁਣੀ ਪਾ ਦੇਣੀ ਮੈਂ ਤੁਹਾਨੂੰ ਰਿਕਾਰਡਿੰਗ। ਇਸ ਲੈਕਚਰ ਦੀ ਵੀ ਇਹਨੂੰ ਵੀ ਮੈਂ ਰਿਕਾਰਡ ਕਰ ਕੀਤਾ ਤੇ ਅਗਰ ਜੇ ਤੁਸੀਂ ਇਹਨੂੰ ਦੁਬਾਰਾ ਸੁਣਨਾ ਹੋਇਆ ਤੁਸੀਂ ਸੁਣ ਸਕਦੇ ਹੋ, ਠੀਕ ਹੈ। ਜੇ ਤੁਸੀਂ ਅਗਰ ਲੇਟ ਜੁਆਇਨ ਕੀਤਾ ਜਿੱਦਾਂ ਵੀ, ਤੁਸੀਂ ਉਹਨੂੰ ਸੁਣ ਸਕਦੇ ਹੋ। ਹਾਂਜੀ ਸਰ, ਠੀਕ ਹੈ ਜੀ। ਸੋ ਅੱਜ ਦਾ ਲੈਕਚਰ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ। ਤੇ ਰਮਨ ਸ਼ਾਮ ਤੱਕ ਮੈਨੂੰ ਅਟੈਂਡੈਂਸ ਜਿਹੜੀ ਹੈ ਆਪਣੀ ਭੇਜ ਦਿਓ, ਠੀਕ ਹੈ ਜੀ। ਮੀਟਿੰਗ ਲੀਵ ਕਰ ਦਿਓ, ਮੀਟਿੰਗ ਲੀਵ ਕਰ ਦਿਓ ਹੁਣ। ਹਾਂਜੀ ਹਾਂ।